ਮਾਨਚੈਸਟਰ ਲੁਧਿਆਣਾ ਖਾਸ ਕਰਕੇ ਕਿਹਾ ਜਾਂਦਾ ਸੀ, ਇਹਦੇ ਵਪਾਰ 'ਤੇ ਤੁਸੀਂ ਕੀ ਐਂਗਲ ਦੇਖਦੇ ਹੋ, ਉਹਦੇ 'ਤੇ ਕੀ ਇੰਪੈਕਟ ਹੋਏਗਾ? ਸਾਨੂੰ ਪਹਿਲਾਂ ਤਾਂ ਅਸੀਂ ਜੋ ਕਿਸਾਨਾਂ ਦੀ ਮੰਗਾਂ ਹੈਗੀਆਂ ਜਾਂ ਕਿਸਾਨ ਦੇ ਨਾਲ ਅਸੀਂ ਉਹਨਾਂ ਦੇ ਨਾਲ ਹੈ, ਮਗਰ ਜਿਹੜੀਆਂ ਇਹੋ ਜਿਹੀਆਂ ਕੋਈ ਵੀ ਐਜੀਟੇਸ਼ਨਸ ਹੈ ਉਹ ਹਮੇਸ਼ਾ ਸਰਕਾਰ ਜਿਹੜੀ ਚੁਣੀ ਹੋਈ ਸਰਕਾਰ ਆ ਉਹਨੂੰ ਪੋਲਿਟਿਕਸ ਤੋਂ ਉੱਪਰ ਉੱਠ ਕੇ ਸਾਰੇ ਕੰਮ ਕਰਨੇ ਚਾਹੀਦੇ ਆ। ਔਰ ਐਜੀਟੇਸ਼ਨਸ ਵਾਲਿਆਂ ਨੂੰ ਵੀ ਸਾਡੀ ਇਹੀ ਰਿਕੁਐਸਟ ਹੈ, ਉਹ ਵੀ ਇਸ ਤਰੀਕੇ ਨਾਲ ਸੋਚਣ ਜਿਹਦੇ ਨਾਲ ਜਿਹੜੀਆਂ ਇੰਡਸਟਰੀਆਂ ਜਿੱਥੋਂ ਕਿ ਸਾਰਾ ਰੈਵਨਿਊ ਆਉਣਾ ਉਹਨੂੰ ਵੀ ਹਿੱਟ ਨਾ ਹੋਣ। ਸਾਨੂੰ ਜ਼ਿਆਦਾ ਜਿਹੜੇ ਸਫਰ ਕਰਦਾ ਉਹ ਇੰਡਸਟਰੀ ਸਫਰ ਕਰਦੀ ਆ, ਉਹ ਚਾਹੇ ਕਿਸਾਨਾਂ ਦੀ ਆ ਚਾਹੇ ਇੰਡਸਟਰੀ ਦੀ ਆ, ਚਾਹੇ ਜਿੰਨੀ ਜਲਦੀ ਸੋਲਵ ਹੋਵੇ ਸੋਲਵ ਕਰਨੀ ਚਾਹੀਦੀ ਆ। ਦੇਖੋ ਕੋਈ ਜਿਹੜਾ ਸਾਡਾ ਬਾਇਰ ਆ ਫੋਰਨ 'ਚ ਬੈਠਾ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਿ ਤੁਹਾਡੇ ਘਰ 'ਚ ਕੀ ਹੋ ਰਿਹਾ। ਜਿਹੜੀ ਐਜੀਟੇਸ਼ਨ ਇਹ ਚੱਲਦੀ ਪਈ ਆ ਇਹਦੇ 'ਚ ਸਾਡੀ ਰਿਕੁਐਸਟ ਸਰਕਾਰ ਨੂੰ ਵੀ ਇਹੀ ਹੈ ਵੀ ਇਹ ਜਿੰਨੀ ਜਲਦੀ ਇਹਦਾ ਕੋਈ ਨਾ ਕੋਈ ਸੋਲੂਸ਼ਨ ਲੱਭਿਆ ਜਾਵੇ। 30 ਸਟੇਟਾਂ ਹੋਰ ਹੈਗੀਆਂ, ਉਹਨਾਂ ਦੇ ਨਾਲ ਜੇ ਉਹਨਾਂ ਦੇ ਨਾਲ ਗੱਲ ਕਰੀਏ ਤਾਂ ਆਪਾਂ ਕਿੱਥੇ ਆਪਣੇ ਆਪ ਨੂੰ ਦੇਖਦੇ ਹਾਂ? ਪੰਜਾਬ ਦੇ ਵਿੱਚ ਫੈਕਟਰੀਆਂ ਬਹੁਤ ਘੱਟ ਰਹਿ ਗਈਆਂ, ਸਾਰੀਆਂ ਫੈਕਟਰੀਆਂ ਪਾਣੀਪਤ ਕਿਉਂਕਿ ਦਿੱਲੀ ਦੇ ਨੇੜੇ ਸੀਗੀ ਤੇ ਪਾਣੀਪਤ ਚਲੀ ਗਈਆਂ। ਜੇ ਕਿਤੇ ਖੁੱਲਾ ਵੀ ਹੈਗਾ ਤੇ ਜਿਹੜਾ ਬਾਇਰ ਹੈਗਾ ਉਹ ਡਰਦਾ ਹੋਇਆ ਇੱਧਰ ਨਹੀਂ ਆ ਰਿਹਾ। ਕਿਸਾਨ ਦੁਖੀ ਹੋ ਕੇ ਉੱਥੇ ਬੈਠਾ। ਪਹਿਲਾਂ ਸਰਕਾਰ ਨੂੰ ਅੱਜ ਤੋਂ 2 ਮਹੀਨੇ ਪਹਿਲਾਂ ਹੀ ਸੋਚ ਕੇ ਜੋ ਇਹਨਾਂ ਦਾ ਸਟੈਪ ਲੈਣਾ ਚਾਹੀਦਾ ਸੀਗਾ, ਇਹ ਇਸ ਕਰਕੇ ਹੁਣ ਉਹ ਦੁਖੀ ਹੋ ਕੇ ਬੈਠਾ। ਸਰਦੀ ਦੇ ਕਰਕੇ ਠੰਡ ਦੇ ਕਰਕੇ ਕੁਝ ਇਹੋ ਜਿਹੀ ਗੱਲਾਂ ਵੀ ਹੋਈਆਂ ਕਿ ਜੀ ਮਾਲ ਬਣਿਆ ਤੇ ਇੰਨਾ ਕੁ ਵਿਕ ਗਿਆ ਕਿ ਲੋਕੀ ਹੁਣ ਸੋਚਣ ਲੱਗ ਪਏ ਕਿ ਨਵੇਂ ਯੂਨਿਟਸ ਵੀ ਲਗਾਈਏ। ਕੀ ਇੱਦਾਂ ਦੀ ਵੀ ਗੱਲਾਂ ਹੈਗੀਆਂ? ਆਲ ਓਵਰ ਦਾ ਵਰਲਡ ਇਨਕਲੂਡਿੰਗ ਇੰਡੀਆ ਲੋਕਾਂ ਦਾ ਨਾ ਸੈਂਟੀਮੈਂਟ ਚਾਈਨਾ ਦੇ ਅਗੇਂਸਟ ਹੋ ਗਿਆ। जन हितैषी देख रहे दर्शकों का स्वागत है जन जन की बात जन हितैषी के साथ। दोस्तों एक पासे किसान अंदोलन जिहड़ा है भखदा जा रहा है, किसानां ने जिहड़ा है 14 तरीक तक अपना अंदोलन वधा दिता है क्योंकि उन्हां दी सरकार दे नाल जिहड़ी एक मंगां दी गलबात सीगी उह सिरे नहीं चढ़ी। जिथे कि किसान अपनी मंगां नूं लैके पिछले 70 दिन तो सड़कों ते उतरिया होया, पूरी पंजाब दे विच एक जिहड़ी एक अलग मुहिम चल रही है। इहदे सारिਆਂ ਦੇ ਵਿੱਚ पंजाब जे कल हरित क्रांति का राज्य मन्निया जाता, सूबा मन्निया जाता, तो पैरेलली पंजाब नूं मैਨੂਫੈਕਚਰਿੰਗ हब भी कहा जाता है। मैਨੂਫੈਕਚਰਿੰਗ हब होने के नाल नाल इत्थे हौजरी साइकिल ट्रेड कुछ ਇਹੋ ਜਿਹੇ ट्रेड है जिहड़े कि पूरे वर्ल्ड मार्केट नूं इत्थों ही लीड करते हैं। खास करके असी विंटर हौजरी की गल करिए, विंटर हौजरी विंटर फैशन नूं लुधियाना के मेहनती ते सूझवान लोग जिहड़े हैगे आ पूरे वर्ल्ड च उहदी लीडर करते हैं। पर पिछले 70 दिनों का जिहड़ा ये काल चलिया सीजनल जिहड़ा एक बिजनेस सीगा उहदे ते की इफैक्ट पे ते असी इस सारिਆਂ बारे पहुँचे हैं जानने लई, तुहानूं भी गलबात कराने हैं, ग्राउंड रियलिटी चैक कराने हैं रमेश जगोता जी कोल। रमेश जगोता जी जिहड़े हैगे आ ऑल इंडिया ब्लैंकेट मैਨੂਫੈਕਚਰਰ एसोसीएशन के जिथे प्रधान है, उत्थे यंग मैन, जी हाँ यंग मैन ब्लैंकेट दे ये चेयरमैन भी हैगे। तो आओ गलबात करते हैं तो जानते हैं कि अज एक जिहड़ा इंडस्ट्रीलिस्ट है वो 70 दिन जो की दूरदर्शा हो चुकी है, वो की सोच रहा है, इंडस्ट्री का की मनोबल है? नमस्कार सर। ਸਾਨੂੰ ਪਹਿਲਾਂ ਤਾਂ ਅਸੀਂ ਜੋ ਕਿਸਾਨਾਂ ਦੀ ਮੰਗਾਂ ਹੈਗੀਆਂ ਜਾਂ ਕਿਸਾਨ ਦੇ ਨਾਲ ਅਸੀਂ ਉਹਨਾਂ ਦੇ ਨਾਲ ਹੈ। ਜੋ ਵੀ ਉਹਨਾਂ ਦੇ ਨਾਲ ਗਲਤ ਹੈ ਉਹ ਗਵਰਨਮੈਂਟ ਨੂੰ ਜਲਦੀ ਉਹਦਾ ਸੋਲੂਸ਼ਨ ਕਰਨਾ ਚਾਹੀਦਾ ਸੀਗਾ। ਗਵਰਨਮੈਂਟ ਨੇ ਥੋੜ੍ਹੀ ਜਿਹੀ ਦੇਰ ਕਰ ਦਿੱਤੀ ਜਿਹਦੇ ਨਾਲ ਇਹ ਸਾਰਿਆਂ ਦਾ ਨੁਕਸਾਨ ਹੋ ਰਿਹਾ। ਮਗਰ ਸਾਰੀਆਂ ਚੀਜ਼ਾਂ ਸੋਚਦੇ ਹੋਏ ਅਸੀਂ ਇੱਕ ਚੀਜ਼ ਕਹਿੰਦੇ ਹਾਂ ਕਿ ਅਸੀਂ ਇਸ ਵੇਲੇ ਇੰਟਰਨੈਸ਼ਨਲ ਬਿਜ਼ਨਸ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਕਿ ਸਾਰੇ ਵੀ ਅਸੀਂ ਚਾਈਨਾ ਦਾ ਮੁਕਾਬਲਾ ਕਰਨਾ, ਅਸੀਂ ਅਮਰੀਕਾ ਦਾ ਮੁਕਾਬਲਾ ਕਰਨਾ, ਅਸੀਂ ਡਿਜੀਟਲ 'ਚ ਆ ਗਏ, ਸਾਰਾ ਕੁਝ ਬਹੁਤ ਅੱਛੀ ਤਰੱਕੀ ਕਰ ਰਹੇ ਹਾਂ।
ਮਗਰ ਜਿਹੜੀਆਂ ਇਹੋ ਜਿਹੀਆਂ ਕੋਈ ਵੀ ਐਜੀਟੇਸ਼ਨਸ ਹੈ ਉਹ ਹਮੇਸ਼ਾ ਸਰਕਾਰ ਜਿਹੜੀ ਚੁਣੀ ਹੋਈ ਸਰਕਾਰ ਆ ਉਹਨੂੰ ਪੋਲਿਟਿਕਸ ਤੋਂ ਉੱਪਰ ਉੱਠ ਕੇ ਸਾਰੇ ਕੰਮ ਕਰਨੇ ਚਾਹੀਦੇ ਆ। ਉਹਨਾਂ ਨੂੰ ਚਾਹੀਦਾ ਵੀ ਜਿੰਨੀ ਜਲਦੀ ਹੋ ਸਕੇ ਇਹਨਾਂ ਦੇ ਹੱਲ ਲੱਭਣੇ ਚਾਹੀਦੇ ਆ। ਔਰ ਐਜੀਟੇਸ਼ਨਸ ਵਾਲਿਆਂ ਨੂੰ ਵੀ ਸਾਡੀ ਇਹੀ ਰਿਕੁਐਸਟ ਹੈ ਉਹ ਵੀ ਇਸ ਤਰੀਕੇ ਨਾਲ ਸੋਚਣ ਜਿਹਦੇ ਨਾਲ ਜਿਹੜੀਆਂ ਇੰਡਸਟਰੀਆਂ ਜਿੱਥੋਂ ਕਿ ਸਾਰਾ ਰੈਵਨਿਊ ਆਉਣਾ ਉਹਨੂੰ ਵੀ ਹਿੱਟ ਨਾ ਹੋਣ, ਆਮ ਆਦਮੀ ਜਿਹੜਾ ਹਿੱਟ ਨਾ ਹੋਵੇ। ਇਸ ਤਰੀਕੇ ਦੇ ਨਾਲ ਸਾਰੀਆਂ ਐਜੀਟੇਸ਼ਨਸ ਹੋਣੀਆਂ ਚਾਹੀਦੀਆਂ, ਕਿਉਂਕਿ ਬਹੁਤ ਦੇਰ ਤੋਂ ਇਹ ਦੇਖਿਆ ਜਾਂਦਾ ਹੈ ਕਿ ਅੱਜ ਇੱਕ ਐਜੀਟੇਸ਼ਨ ਹੋ ਗਈ, ਕੱਲ੍ਹ ਦੂਸਰੀ ਹੋ ਗਈ, ਪਰਸੋਂ ਤੀਸਰੀ ਹੋ ਗਈ। ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਸਫ਼ਰ ਕਰਦਾ ਉਹ ਇੰਡਸਟਰੀ ਸਫ਼ਰ ਕਰਦੀ ਆ। ਠੀਕ ਹੈ, ਇਹ ਸਰਕਾਰ ਨੂੰ ਵੀ ਇਹ ਚਾਹੀਦਾ ਆ ਕਿ ਜਦ ਤੋਂ ਜਦ ਇਹਨਾਂ ਦੀ ਕਿਸੇ ਦੀ ਵੀ ਕੋਈ ਵੀ ਪ੍ਰੋਬਲਮ ਹੈਗੀ ਆ, ਉਹ ਚਾਹੇ ਕਿਸਾਨਾਂ ਦੀ ਆ, ਚਾਹੇ ਇੰਡਸਟਰੀ ਦੀ ਆ, ਚਾਹੇ ਜਿੰਨੀ ਜਲਦੀ ਸੋਲਵ ਹੋਵੇ ਸੋਲਵ ਕਰਨੀ ਚਾਹੀਦੀ ਆ। ਸਰ ਜੇ ਗੱਲ ਕਰੀਏ ਇਹਦੇ ਵਿੱਚ ਕਿ ਇੱਕ ਪਾਸੇ ਪਹਿਲਾਂ ਹੀ ਇਸ ਵਾਰੀ ਕੋਵਿਡ ਦੀ ਮਾਰ ਪਈ ਪੂਰੇ, ਉਹ ਤਾਂ ਚਲੋ ਨੇਚਰ ਸੀਗੀ, ਉਹਦੇ ਨਾਲ ਕੋਈ ਨਹੀਂ ਕਰ ਸਕਦਾ ਸੀਗਾ, ਪਰ ਕੋਵਿਡ ਦੀ ਮਾਰ ਤੋਂ ਬਾਅਦ 60 ਦਿਨ ਤੋਂ ਪੰਜਾਬ ਦੇ ਵਿੱਚ ਟ੍ਰੇਨਾਂ ਨਹੀਂ ਚੱਲੀਆਂ। ਅੱਜ 10-12 ਦਿਨ ਤੋਂ ਜਿਹੜੀ ਬਾਕੀ ਟਰਾਂਸਪੋਰਟੇਸ਼ਨ ਉਹ ਵੀ ਰੁਕ ਗਈ। ਇਹ ਸਾਰੇ ਦੇ ਵਿੱਚ ਜਿਹੜਾ ਪੰਜਾਬ ਜਿਹੜਾ ਕਿ ਇੱਕ ਮੈਨੂਫੈਕਚਰਿੰਗ ਹੱਬ ਐਜ਼ ਇੰਡਸਟਰੀ ਵੀ ਮੰਨਿਆ ਜਾਂਦਾ ਹੈ, ਪਲੱਸ ਮਾਨਚੈਸਟਰ ਲੁਧਿਆਣਾ ਖਾਸ ਕਰਕੇ ਕਿਹਾ ਜਾਂਦਾ ਸੀ, ਇਹਦੇ ਵਪਾਰ 'ਤੇ ਤੁਸੀਂ ਕੀ ਐਂਗਲ ਦੇਖਦੇ ਹੋ, ਉਹਦੇ 'ਤੇ ਕੀ ਇੰਪੈਕਟ ਹੋਏਗਾ? ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜੀ ਇੱਕ ਪਹਿਲਾਂ ਕੋਵਿਡ ਆ ਗਿਆ ਉਸ ਵੇਲੇ ਸਾਨੂੰ ਜ਼ਿਆਦਾ ਇੰਡਸਟਰੀ ਨੇ ਕੋਆਪਰੇਟ ਕੀਤਾ। ਅਸੀਂ ਬਹੁਤ ਸਾਰੀ ਚੀਜ਼ਾਂ ਨਵੀਆਂ ਡਿਵੈਲਪ ਕੀਤੀਆਂ, ਕਿਤੇ ਜਾ ਕੇ ਮਤਲਬ ਇੰਡਸਟਰੀ ਨੂੰ ਕੋਈ ਥੋੜ੍ਹੀ ਜਿਹੀ ਅਪਰਚੁਨਿਟੀ ਵੀ ਮਿਲੀ। ਨਵੇਂ ਅਸੀਂ ਇੰਡਸਟਰੀਅਲ ਪ੍ਰੋਡਕਟ ਜਿਹੜੇ ਮੈਡੀਕਲ ਇਕਵਿਪਮੈਂਟ ਕਿਟਸ ਬਣਾਈਆਂ, ਸਾਰਾ ਕੁਛ ਬਣਾਇਆ। ਉਹ ਉਸ ਤੋਂ ਬਾਅਦ ਜਾ ਕੇ ਇੱਥੇ ਇੰਨੀ ਕਿ ਜ਼ਿਆਦਾ ਲੇਬਰ ਦੀ ਸ਼ਾਰਟੇਜ ਹੋ ਗਈ, ਔਰ ਮਗਰ ਉਸ ਦੇ ਵਿੱਚ ਵੀ ਸਭ ਨੇ ਕੋ ਸਪੋਰਟ ਕੀਤੀ, ਗਵਰਨਮੈਂਟ ਨੇ ਵੀ ਸਪੋਰਟ ਕੀਤੀ, ਸਾਰੇ ਫਿਰ ਚੱਲ ਪਏ, ਕੰਮ ਬਹੁਤ ਵਧੀਆ ਕੰਮ ਦੁਬਾਰਾ ਸ਼ੁਰੂ ਹੋ ਗਏ ਸੀ। ਮਗਰ ਜਦੋਂ ਦੀ ਇਹ ਐਜੀਟੇਸ਼ਨਸ ਸ਼ੁਰੂ ਹੋਈਆਂ, ਉਹ ਰੇਲ ਬੰਦ ਹੋ ਗਈਆਂ, ਸਾਰੀ ਐਕਸਪੋਰਟ, ਉਦੋਂ ਦੀ ਸਾਰੇ ਲੋਕ ਡਿਸਟਰਬ ਹੈਗੇ ਆ। ਸਾਰੇ ਇੱਥੇ ਕੰਟੇਨਰ ਐਕਸਪੋਰਟ ਦੇ ਕੰਟੇਨਰ ਰੁਕ ਗਏ। ਦੇਖੋ ਕੋਈ ਜਿਹੜਾ ਸਾਡਾ ਬਾਇਰ ਆ ਫੋਰਨ 'ਚ ਬੈਠਾ, ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਿ ਤੁਹਾਡੇ ਘਰ 'ਚ ਕੀ ਹੋ ਰਿਹਾ। ਉਹ ਇਹ ਕਹਿੰਦਾ ਕਿ ਮੈਂ ਜਿਹੜਾ ਤੁਹਾਨੂੰ ਆਰਡਰ ਦੇ ਦਿੱਤਾ ਉਹ ਮੇਰਾ ਟਾਈਮਲੀ ਮਿਲਣਾ ਚਾਹੀਦਾ। ਹੁੰਦਾ ਕੀ ਆ ਕਿ ਜਾਂ ਤਾਂ ਉਹਨੂੰ ਟਾਈਮਲੀ ਮਿਲਦਾ, ਉਹ ਸਾਡਾ ਕੰਟਰੀ ਛੱਡ ਜਾਂਦਾ। ਅਸੀਂ ਪੰਜਾਬ ਇੱਕ ਐਸੀ ਸਟੇਟ ਦੇ ਵਿੱਚ ਬੈਠੇ ਹਾਂ ਜਿੱਥੇ ਨਾ ਲੋਕਡਾਊਨ ਸਟੇਟ ਹੈਗੀ ਆ, ਔਰ ਅਸੀਂ ਪੋਰਟ ਤੋਂ ਬਹੁਤ ਦੂਰ ਬੈਠੇ ਹਾਂ। ਮਗਰ ਸਾਡੀ ਇੰਡਸਟਰੀ ਬਲੈਂਕਟ ਇੰਡਸਟਰੀ ਐਸੀ ਹੈ ਕਿ ਨਾਰਥ ਦੇ ਵਿੱਚ ਹੀ ਆ ਸਾਰੀ। ਅਸੀਂ ਕਿਉਂਕਿ ਜ਼ਿਆਦਾ ਠੰਡ ਇੱਥੇ ਪੈਂਦੀ ਹੈ ਅਤੇ ਸੀਜ਼ਨਲ ਹੋਣ ਕਰਕੇ ਨਾਰਥ ਦੇ ਵਿੱਚ ਹੀ ਸਾਰਾ ਬਲੈਂਕਟ ਬਣਦਾ। ਉਹ ਇੱਥੋਂ ਅਸੀਂ ਇੰਪੋਰਟ ਜਿਹੜਾ ਰਾਮ ਮਟੀਰੀਅਲ ਸਾਡਾ ਸਾਰਾ ਬੰਬੇ ਸਾਈਡ ਤੋਂ ਆਉਂਦਾ, ਸਿਲਵਾਸਾ ਤੋਂ ਆਉਂਦਾ। ਅਸੀਂ ਫਿਰ ਵੀ ਕੰਪੀਟੀਸ਼ਨ ਲੜਦੇ ਹਾਂ। ਅਸੀਂ ਅੱਜ ਚਾਈਨਾ ਦੇ ਨਾਲ ਕੰਪੀਟੀਸ਼ਨ ਲੜ ਰਹੇ ਹਾਂ। ਚਾਈਨਾ ਦੇ ਮੁਕਾਬਲੇ 'ਚ ਅਸੀਂ ਬਲੈਂਕਟ ਵੇਚਦੇ ਪਏ ਹਾਂ। ਇੰਪੋਰਟ ਤਾਂ ਅਸੀਂ ਆਲਮੋਸਟ ਇੰਨਾ ਕੁ ਕੰਪੀਟੀਸ਼ਨ ਹੋਣ ਕਰਕੇ ਇੰਨੀ ਕਿ ਇੱਥੇ ਪ੍ਰੋਡਕਸ਼ਨ ਹੋ ਗਈ ਕਿ ਇੰਪੋਰਟ ਤਾਂ ਨਹੀਂ ਹੁੰਦੀ, ਮਗਰ ਅਸੀਂ ਐਕਸਪੋਰਟ ਤਦ ਹੀ ਸਾਡੀ ਵਧੇਗੀ ਜੇ ਸਾਰੀਆਂ ਇਹ ਚੀਜ਼ਾਂ 'ਤੇ ਵੀ ਗੌਰ ਕੀਤਾ ਜਾਏਗਾ। ਕਿਉਂਕਿ ਇੰਡਸਟਰੀ ਫਰੈਂਡਲੀ ਐਟਮੋਸਫੇਅਰ ਹੋਏਗਾ ਤਦੀ ਐਕਸਪੋਰਟ ਹੋਏਗੀ। ਹੁਣ ਇੱਥੇ ਸਾਰੇ ਕੰਟੇਨਰ ਇੱਥੇ ਰੁਕ ਗਏ, ਜਿਹੜੇ ਸਾਡੇ ਇੰਪੋਰਟ ਦੇ ਕੰਟੇਨਰ ਆ ਉਹ ਸਾਰੇ ਬੰਬੇ ਰੁਕ ਗਏ। ਉਹ ਇਹ ਮਤਲਬ ਪਿਛਲੇ 60 ਦਿਨ ਤੋਂ ਕੋਈ ਆਵਾਜਾਈ ਸਾਰੀ ਤਕਰੀਬਨ ਬੰਦ ਵਰਗੀ ਹੈ। ਅਸੀਂ ਲੋਕਾਂ ਨੇ ਕੀ ਕੀਤਾ ਕਿ ਟ੍ਰੇਨਾਂ ਦੇ ਵਿੱਚ ਆਉਂਦੇ ਸੀ ਕੰਟੇਨਰ ਇੱਥੇ ਪੋਰਟ 'ਤੇ, ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਟਰੱਕਾਂ 'ਚ ਲੈ ਆਓ। ਉਹ ਟਰੱਕਾਂ 'ਤੇ ਆਉਣ ਲੱਗ ਗਏ। ਉਹ ਸਾਰੇ ਐਕਸਟਰਾ ਪੈਸੇ, ਚਲੋ ਅਸੀਂ ਕਿਹਾ ਵੀ ਇਹ ਵੀ ਬੀਅਰ ਕਰਦੇ ਆ ਕਿਉਂਕਿ ਅਸੀਂ ਆਪਣੀ ਫੈਕਟਰੀਜ਼ ਨਾ ਬੰਦ ਹੋਣ। ਠੀਕ ਹੈ, ਫਿਰ ਅਸੀਂ ਜਿਹੜੀ ਇੱਥੋਂ ਐਕਸਪੋਰਟ ਸੀਗੀ ਉਹ ਵੀ ਟਰੱਕਿੰਗ ਕਰਕੇ ਕੀਤੀ। ਹੁਣ ਆ ਕੇ ਟਰੱਕਾਂ ਵਾਲਾ ਵੀ ਕੰਮ ਬੰਦ ਹੋ ਗਿਆ। ਠੀਕ ਹੈ, ਹੁਣ ਜਿਹੜੀ ਐਜੀਟੇਸ਼ਨ ਇਹ ਚੱਲਦੀ ਪਈ ਆ, ਇਹਦੇ 'ਚ ਸਾਡੀ ਰਿਕੁਐਸਟ ਸਰਕਾਰ ਨੂੰ ਵੀ ਇਹੀ ਹੈ ਵੀ ਇਹ ਜਿੰਨੀ ਜਲਦੀ ਇਹਦਾ ਕੋਈ ਨਾ ਕੋਈ ਸੋਲੂਸ਼ਨ ਲੱਭਿਆ ਜਾਵੇ, ਕਿਉਂਕਿ ਸਾਡਾ ਸੀਜ਼ਨਲ ਕੰਮ, ਹੁਣ ਤਾਂ ਸਾਡਾ ਕੰਮ ਜਿਹੜਾ ਸੀਜ਼ਨਲ ਆ ਉਹ ਤਾਂ ਖਰਾਬ ਹੋ ਗਿਆ। ਉਹ ਤਾਂ ਸਾਡੇ ਸੀਜ਼ਨ, ਕਿਉਂਕਿ ਜਿਸ ਵੇਲੇ ਠੰਡ ਪੈਂਦੀ ਆ ਉਸ ਵੇਲੇ ਮਾਲ ਜਾਣੇ ਹੁੰਦੇ ਆ, ਔਰ ਉਸ ਵੇਲੇ ਗਾਹਕ ਨੇ ਇੱਥੇ ਆਉਣਾ ਹੁੰਦਾ ਆ। ਕਿਉਂਕਿ ਐਤਕੀ ਟ੍ਰੇਨਾਂ ਦੀ ਆਵਾਜਾਈ ਹੈ ਨਹੀਂ ਸੀ ਅਤੇ ਗਾਹਕ ਇੱਥੇ ਬਹੁਤ ਜ਼ਿਆਦਾ ਆਇਆ ਨਹੀਂ।
ਠੀਕ ਹੈ ਜੀ। ਨਾ ਆਉਣ ਕਰਕੇ ਇੱਥੇ ਆਲਮੋਸਟ ਸਾਰੀਆਂ ਫੈਕਟਰੀਆਂ ਹੋਈਆਂ ਅੱਜ ਬੰਦ ਹੋ ਚੁੱਕੀਆਂ। ਔਰ ਹੁਣ ਆਉਣ ਵਾਲੇ ਟਾਈਮ 'ਚ ਜਿਹੜਾ ਸਾਨੂੰ ਰਿਪੀਟ ਹੁੰਦੀ ਆ, ਰਿਪੀਟ ਨਹੀਂ ਆ ਰਹੀ। ਨਹੀਂ ਆ ਰਹੀ। ਤੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਹੋ ਜਿਹੀ ਐਜੀਟੇਸ਼ਨ ਕਰਕੇ ਜਿਵੇਂ ਆਪਾਂ ਫੋਰਨ ਕੰਟਰੀ ਇੰਟਰਨੈਸ਼ਨਲ ਮਾਰਕੀਟ 'ਚ ਤਾਂ ਚਲੋ ਕੀ ਕੰਪੀਟ ਕਰਨਾ, ਜਿਹੜੇ ਆਪਣੇ ਹੀ ਸੂਬੇ, ਜਿਹੜੇ ਆਪਣੇ ਹੀ ਕੰਟਰੀ ਦੇ ਹੋਰ ਸੂਬੇ ਆ, ਜਿਵੇਂ 30 ਸਟੇਟਾਂ ਹੋਰ ਹੈਗੀਆਂ, ਉਹਨਾਂ ਦੇ ਨਾਲ ਜੇ ਉਹਨਾਂ ਦੇ ਨਾਲ ਗੱਲ ਕਰੀਏ ਤਾਂ ਆਪਾਂ ਕਿੱਥੇ ਕੁ ਆਪਣੇ ਆਪ ਨੂੰ ਦੇਖਦੇ ਹਾਂ ਪੰਜਾਬ ਨੂੰ? ਆਲਰੇਡੀ ਇਸੇ ਕਈ ਇਹੋ ਜਿਹੀਆਂ ਵਜ੍ਹਾ ਕਰਕੇ ਇੱਥੋਂ ਸਪੈਸ਼ਲੀ ਲੁਧਿਆਣੇ ਤੋਂ ਇੰਡਸਟਰੀ ਜਿਹੜੀ ਆ, ਬਹੁਤ ਸਾਰੀ ਇੰਡਸਟਰੀ ਬਾਹਰ ਚਲੀ ਗਈ। ਪਾਣੀਪਤ ਸਪੈਸ਼ਲੀ ਅਸੀਂ ਬਲੈਂਕਟ ਇੰਡਸਟਰੀ ਬਾਰੇ ਕਹੀਏ ਤੇ ਪੰਜਾਬ ਦੇ ਵਿੱਚ ਫੈਕਟਰੀਆਂ ਬਹੁਤ ਘੱਟ ਰਹਿ ਗਈਆਂ। ਸਾਰੀਆਂ ਫੈਕਟਰੀਆਂ ਪਾਣੀਪਤ, ਕਿਉਂਕਿ ਦਿੱਲੀ ਦੇ ਨੇੜੇ ਸੀਗੀ, ਤੇ ਪਾਣੀਪਤ ਚਲੀ ਗਈਆਂ। ਔਰ ਸਾਰੀ ਇਸ ਇੰਡਸਟਰੀ ਦੀ ਅੱਜ ਦੀ ਡੇਟ 'ਚ ਗਰੋਥ ਜਿੰਨੀ ਵੀ ਹੋਈ ਹੈ ਪਾਣੀਪਤ ਹੋ ਰਹੀ ਹੈ। ਉਹ ਉੱਥੇ ਉਹਨਾਂ ਦੇ ਅਲੱਗ ਤਰ੍ਹਾਂ ਦੀਆਂ ਦਿੱਕਤਾਂ, ਮਗਰ ਉੱਥੇ ਇੰਡਸਟਰੀ ਚੱਲ ਰਹੀ ਹੈ। ਮਗਰ ਇਹ ਨਾ ਆਉਣ ਕਰਕੇ ਕਸਟਮਰ ਉੱਥੇ ਵੀ ਨਹੀਂ ਆ ਰਿਹਾ ਕਸਟਮਰ, ਕਿਉਂਕਿ ਟ੍ਰੇਨਾਂ ਹੀ ਹੈ ਨਹੀਂ ਸੀ। ਪਹਿਲਾਂ ਕਰੋਨਾ ਕਰਕੇ ਨਹੀਂ ਸੀਗੀਆਂ, ਫਿਰ ਇਹ ਐਜੀਟੇਸ਼ਨ ਕਰਕੇ ਨਹੀਂ ਆਈਆਂ, ਤੇ ਇਸ ਕਰਕੇ ਕਸਟਮਰ ਕਿਤੇ ਵੀ ਨਹੀਂ ਆ ਰਿਹਾ। ਈਵਨ ਮਤਲਬ ਦਿੱਲੀ ਵੀ ਕਸਟਮਰ ਆਉਂਦਾ ਡਰ ਰਿਹਾ। ਉਹ ਤਾਂ ਦਿੱਲੀ ਤਾਂ ਇਸ ਟਾਈਮ ਐਜੀਟੇਸ਼ਨ ਚੱਲ ਰਹੀ ਹੈ, ਉਹਨਾਂ ਨੇ ਲੌਕ ਕੀਤੀ ਹੋਈ ਹੈ ਤਾਂ ਨਹੀਂ ਆ ਰਿਹਾ। ਸੋ ਤੁਸੀਂ ਕਹਿ ਰਹੇ ਹੋ ਕਿ ਦਿੱਲੀ 'ਚ ਮੰਡੀ ਲੌਕ ਹੋ ਗਈ, ਉੱਦਾਂ ਕਰੋਨਾ ਦੇ ਕਰਕੇ ਟ੍ਰੇਨਾਂ ਨਹੀਂ ਚੱਲੀਆਂ। ਪੰਜਾਬ 'ਚ ਜਿਹੜਾ ਹੈਗਾ ਕਿ ਇੰਡਸਟਰੀ ਦਾ ਜਿਹੜਾ ਕਿਸਾਨਾਂ ਨੇ ਜਿਹੜੀ ਟਰਾਂਸਪੋਰਟੇਸ਼ਨ ਵੀ ਰੋਕ ਦਿੱਤੀ। ਤਾਂ ਅਲਟੀਮੇਟਲੀ ਕੁੱਲ ਮਿਲਾ ਕੇ ਇਸ ਵਾਰੀ ਜਿਹੜਾ ਇੰਡਸਟਰੀ ਜਿਹੜੀ ਹੈ ਬਹੁਤ ਬੁਰੇ ਦੌਰ ਤੋਂ ਗੁਜ਼ਰੀ ਹੈ। ਨਹੀਂ ਦੇਖੋ, ਦੌਰ ਤਾਂ ਬਹੁਤ ਵਧੀਆ ਸੀਗਾ, ਪਹਿਲਾਂ ਬਹੁਤ ਅੱਛੀ ਚੱਲ ਰਹੀ ਸੀਗੀ ਇੰਡਸਟਰੀ। ਇਹ ਆਲ ਆਫ ਸਡਨ ਦੇਖੋ, ਸਾਡਾ ਕੰਮ ਸੀਜ਼ਨਲ ਹੋਣ ਕਰਕੇ ਸਾਡੇ ਕੋਲ 1 ਮਹੀਨਾ ਟਾਈਮ ਬੜਾ ਲਿਮਟਿਡ ਹੁੰਦਾ। ਸਾਡਾ ਅਕਤੂਬਰ, ਨਵੰਬਰ, ਦਸੰਬਰ ਹੁੰਦਾ, ਜਿਹੜਾ ਕਿ ਅਸੀਂ ਸਾਰੇ ਸਾਲ ਦਾ ਜਿਹੜਾ ਨਾ ਲੇਖਾ ਜੋਖਾ ਹੁੰਦਾ ਉਹ ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ ਹੀ ਪੂਰੇ ਸਾਲ ਐਗਜ਼ਾਮ ਦੀ ਤਿਆਰੀ ਕਰਦੇ ਆ, ਤੇ ਇੱਕੋ ਉਹੀ ਟਾਈਮ ਹੁੰਦਾ ਐਗਜ਼ਾਮ ਦੇਣ ਦਾ। ਇਹ ਸਾਡਾ ਸਾਰੇ ਜਿਹੜੇ ਗੁੱਡਸ ਬਣੇ ਹੁੰਦੇ ਆ, ਇਹ ਇਹਨਾਂ ਦਿਨਾਂ ਦੇ ਵਿੱਚ ਹੀ ਜਾਣੇ ਹੁੰਦੇ ਆ। ਠੀਕ ਹੈ, ਉਹ ਨੋ ਡਾਊਟ ਕਿ ਅਸੀਂ ਦੀਵਾਲੀ ਤੇ ਸਭ ਕੁਝ ਡਿਸਪੈਚ ਹੋ ਗਈਆਂ, ਮਗਰ ਜਿਹੜਾ ਕਸਟਮਰ ਇਹਨਾਂ ਦਿਨਾਂ ਦੇ ਵਿੱਚ ਰੈਡੀ ਸਟਾਕ ਖਰੀਦਣ ਆਉਂਦਾ, ਉਹ ਇਸ ਸਾਲ ਨਹੀਂ ਆ ਪਾਇਆ। ਔਰ ਰਿਪੀਟ ਜਿੰਨੀਆਂ ਰਿਪੀਟ ਹੁੰਦੀਆਂ ਨਾ, ਉਹ ਰਿਪੀਟ ਨਹੀਂ ਆ ਪਾ ਰਹੀਆਂ। ਉਹ ਸਿਰਫ ਇਸ ਕਰਕੇ ਕਿ ਇਹ ਕਿਉਂਕਿ ਸਾਰੇ ਕੰਮ ਰੁਕੇ ਹੋਏ ਆ। ਜੇ ਕਿਤੇ ਖੁੱਲ੍ਹਾ ਵੀ ਹੈਗਾ ਤੇ ਜਿਹੜਾ ਬਾਇਰ ਹੈਗਾ ਉਹ ਡਰਦਾ ਹੋਇਆ ਇੱਧਰ ਨਹੀਂ ਆ ਰਿਹਾ। ਤੇ ਜੇ ਗੱਲ ਕਰੀਏ ਐਜ਼ ਏ, ਤੁਸੀਂ ਰਿਪੀਟ ਦੀ ਇੱਕ ਗੱਲ ਕੀਤੀ, ਜਿਵੇਂ ਇੱਕ ਆਮ ਕਾਮਨ ਲੇਮੈਨ ਦੀ ਲੈਂਗੁਏਜ 'ਚ ਜੇ ਅਸੀਂ ਪੁੱਛੀਏ, ਰਿਪੀਟ ਜਿਹੜਾ ਆਰਡਰ ਹੁੰਦਾ ਉਹਦਾ ਇੱਕ ਇੰਡਸਟਰੀ ਨੂੰ ਕਿੰਨਾ ਕੁ ਸਪੋਰਟ ਮਿਲਦੀ ਹੈ, ਕਿੰਨਾ ਕੁ ਫਾਇਦਾ ਮਿਲਦਾ? ਦੇਖੋ, ਜਿਸ ਵੇਲੇ ਰਿਪੀਟ ਆਉਂਦੀਆਂ ਨਾ, ਉਸ ਵੇਲੇ ਤੁਹਾਡਾ ਨਾ ਸਾਰੇ ਜੋ ਅੰਦਰ ਹੁੰਦਾ ਸਾਰਾ ਵਿਕ ਜਾਂਦਾ। ਬਿਲਕੁਲ ਠੀਕ ਹੈ। ਜਿਸ ਜਿਸ ਵੇਲੇ ਪਹਿਲਾਂ ਆਰਡਰ ਸਿਲੈਕਟਡ ਆਰਡਰ ਹੁੰਦੇ ਆ ਸਟਾਰਟਿੰਗ ਤੇ, ਜਿਸ ਵੇਲੇ ਰਿਪੀਟ ਤੇ ਕਸਟਮਰ ਇੱਥੇ ਆਉਂਦਾ ਨਾ, ਉਸ ਵੇਲੇ ਉਹ ਜੋ ਮੋਟੀਵੇਸ਼ਨ ਲੈਵਲ, ਉਹ ਉਸ ਵੇਲੇ ਉਹਨੂੰ ਇਹ ਹੁੰਦਾ ਕਿ ਮੈਂ ਆਇਆ ਤੇ ਜੋ ਵੀ ਹੈਗਾ ਮੈਂ ਲੈ ਕੇ ਜਾਣਾ। ਮਤਲਬ ਤੇ ਜਿਹੜਾ ਮੈਨੂਫੈਕਚਰ ਹੁੰਦਾ ਉਹਦਾ ਵੀ ਮੈਨੂਫੈਕਚਰ ਦੇ ਅੰਦਰ ਜੋ ਵੀ ਸਟਾਕ ਹੁੰਦੇ ਆ, ਉਹ ਹਰ ਚੀਜ਼ ਜ਼ੀਰੋ ਹੋ ਜਾਂਦੀ ਆ। ਸਰ ਇੱਕ ਬਹੁਤ ਵਧੀਆ ਤੁਸੀਂ ਗੱਲ ਕੀਤੀ। ਉਸ ਵੇਲੇ ਉਹਨੂੰ ਨਾ ਮਤਲਬ ਪੇਮੈਂਟਸ ਇੱਕਦਮ ਰਿਲਾਈਜ਼ ਹੁੰਦੀਆਂ। ਉਹ ਐਤਕੀ ਥੋੜ੍ਹਾ ਜਿਹਾ ਉਹਦਾ ਸੈਟਬੈਕ ਪਹੁੰਚਿਆ। ਇੱਕ ਸਰ ਗੱਲ ਕਰੀਏ ਕਿ ਇਸ ਟਾਈਮ ਜਿਵੇਂ ਤੁਸੀਂ ਗੱਲ ਕੀਤੀ, ਅਸੀਂ ਚਾਈਨਾ ਨੂੰ ਵੀ ਕੰਪੀਟ ਕਰ ਰਹੇ ਹਾਂ ਇਸ ਟਾਈਮ, ਔਰ ਕੋਵਿਡ ਦੇ ਵਿੱਚ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ, ਕਿਉਂਕਿ ਕੋਵਿਡ ਦੇ ਕਰਕੇ ਪੂਰੀ ਵਰਲਡ ਜਿਹੜਾ ਹੈ ਚਾਈਨਾ ਨੂੰ ਕੋਵਿਡ ਦਾ ਕਸੂਰਵਾਰ ਮੰਨਦਾ, ਆਰੋਪ ਲੱਗਦੇ ਹੈ। ਅਤੇ ਇਹੋ ਜਿਹੇ 'ਚ ਇੰਡੀਅਨ ਇੰਡਸਟਰੀ ਨੂੰ ਬੜੇ ਮੌਕੇ ਮਿਲੇ ਆ ਕਿ ਫੋਰਨ ਦੇ ਮਾਰਕੀਟਸ ਦੇ ਵਿੱਚ ਆਪਣਾ ਨੈਟਵਰਕ ਵਧਾਵੇ ਔਰ ਆਪਣਾ ਮਾਲ ਪੂਰਾ ਵਧੀਆ ਕੁਆਲਿਟੀ ਦਾ ਮਾਲ ਉੱਥੇ ਭੇਜੇ। ਅਤੇ ਕੀ ਬਲੈਂਕਟ ਇੰਡਸਟਰੀ ਨੂੰ ਵੀ ਇੱਦਾਂ ਦੀ ਓਪਰਚੁਨਿਟੀਜ਼ ਮਿਲੀਆਂ ਹੈਗੀਆਂ ਇੱਦਾਂ ਦੀਆਂ ਕੋਈ? ਦੇਖੋ, ਇਹ ਲੌਂਗ ਟਰਮ ਸਾਰਾ ਸਿਸਟਮ ਮਿਲ ਰਹੀਆਂ। ਆਲਰੇਡੀ ਸਾਡੇ ਕੋਲ ਕਾਫੀ ਇਨਕੁਆਇਰੀਜ਼ ਹੈਗੀਆਂ, ਮਗਰ ਇਹ ਫਿਰ ਵੀ ਲੌਂਗ ਟਰਮ ਹੋਏਗਾ। ਕਿੰਨੀ ਹਾਂ, ਇਨਕੁਆਇਰੀਜ਼ ਹੈਗੀਆਂ, ਇਨਕੁਆਇਰੀਜ਼ ਬਹੁਤ ਹੈ, ਬਹੁਤ ਸਾਰੀ ਆਈਟਮਾਂ ਦੀਆਂ ਇਨਕੁਆਇਰੀਜ਼ ਚੱਲ ਰਹੀਆਂ। ਕਿਹੜੇ ਕੰਟਰੀਜ਼ ਤੋਂ ਜ਼ਿਆਦਾ ਓਪਰਚੁਨਿਟੀ? ਮੋਸਟਲੀ ਯੂਐਸਏ ਦੀਆਂ ਹੈਗੀਆਂ। ਔਰ ਇਹ ਤਦ ਹੀ ਹੋਏਗਾ ਜੇ ਇੱਥੇ ਮਾਹੌਲ ਸਾਰੇ ਸਹੀ ਰਹਿਣਗੇ। ਬਿਲਕੁਲ ਠੀਕ ਹੈ। ਇੱਥੇ ਅਗਰ ਸਰਕਾਰਾਂ ਵੀ ਇਹ ਸੋਚ ਕੇ ਚੱਲਣਗੀਆਂ
ਵੀ ਜਿਹੜੀ ਵੀ ਕਿਸੇ ਕਿਸਮ ਦੀ ਵੀ ਕੋਈ ਵੀ ਡਿਫਿਕਲਟੀਜ਼ ਹੈਗੀਆਂ ਉਹਨੂੰ ਜਿੰਨੀ ਜਲਦੀ ਦੂਰ ਕੀਤਾ ਜਾਵੇ। ਇਹ ਮੈਂ ਸਮਝਦਾ ਕਿ ਦੋਨੇ ਪਾਸਿਓਂ ਕਮੀ ਰਹੀ ਹੈ। ਅੱਜ ਕਿਸਾਨ ਦੁਖੀ ਹੋ ਕੇ ਉੱਥੇ ਬੈਠਾ। ਪਹਿਲਾਂ ਸਰਕਾਰ ਨੂੰ ਅੱਜ ਤੋਂ 2 ਮਹੀਨੇ ਪਹਿਲਾਂ ਹੀ ਸੋਚ ਕੇ ਜੋ ਇਹਨਾਂ ਦਾ ਸਟੈਪ ਲੈਣਾ ਚਾਹੀਦਾ ਸੀਗਾ, ਇਹ ਇਸ ਕਰਕੇ ਹੁਣ ਉਹ ਦੁਖੀ ਹੋ ਕੇ ਬੈਠਾ ਤੇ ਉਹਦੇ ਕੋਲ ਕੋਈ ਚਾਰਾ ਨਹੀਂ ਸੀਗਾ। ਇਹ ਸਟੈਪ ਮੇਰੇ ਹਿਸਾਬ ਨਾਲ 2 ਮਹੀਨੇ ਪਹਿਲਾਂ ਲੈ ਲੈਣਾ ਚਾਹੀਦਾ ਸੀਗਾ ਤੇ ਅੱਜ ਸ਼ਾਇਦ ਜੋ ਅੱਜ ਉਹ ਕਹਿੰਦੇ ਆ ਤੇ ਅੱਜ ਉਹ ਐਮੀਕੇਬਲੀ ਹੋ ਜਾਂਦਾ ਤੇ ਅੱਜ ਇਹ ਡਿਲੇ ਹੋ ਗਈ ਆ, ਇਸ ਕਰਕੇ ਦੋਨੇ ਪਾਸੇ ਅੜ ਕੇ ਬੈਠੇ ਆ। ਠੀਕ ਹੈ ਸਰ। ਤੇ ਐਜ਼ ਏ ਓਵਰਆਲ ਮੈਨੂੰ ਇਹ ਦੱਸੋ, ਇੱਕ ਬੜੀ ਦੇਰ ਤੋਂ ਇੱਕ ਸਿਸਟਮ ਚੱਲ ਰਿਹਾ ਸੀਗਾ ਕਿ ਇੰਡਸਟਰੀਲਿਸਟ ਬੂਸਟਅਪ ਨਹੀਂ ਸੀਗਾ, ਉਸ 'ਚ ਕੋਈ ਉਤਸ਼ਾਹ ਨਹੀਂ ਆਉਂਦਾ ਸੀਗਾ। ਉਹ ਕਹਿੰਦਾ ਸੀਗਾ ਕਿ ਜਿੰਨਾ ਕਮਾਲ ਵਿਕਿਆ, ਮਤਲਬ ਲੋਕੀ ਇਹ ਕਹਿਣ ਲੱਗ ਪਏ ਸੀ ਆਪਣੇ ਕੰਮ 'ਚ ਤਾਂ ਕੋਈ ਪ੍ਰੋਫਿਟ ਨਹੀਂ ਹੈ, ਦੂਜਾ ਕੋਈ ਆਲਟਰਨੇਟਿਵ ਬਿਜ਼ਨਸ ਲੱਭਣ ਲੱਗ ਪਿਆ ਸੀ। ਪਰ ਇਸ ਸਾਲ ਅਸੀਂ ਇਹ ਵੀ ਸੁਣਿਆ ਕਿ ਸਰਦੀ ਦੇ ਕਰਕੇ, ਠੰਡ ਦੇ ਕਰਕੇ ਕੁਝ ਇਹੋ ਜਿਹੀ ਗੱਲਾਂ ਵੀ ਹੋਈਆਂ ਕਿ ਜੀ ਮਾਲ ਬਣਿਆ ਤੇ ਇੰਨਾ ਕੁ ਵਿਕ ਗਿਆ ਕਿ ਲੋਕੀ ਹੁਣ ਸੋਚਣ ਲੱਗ ਪਏ ਕਿ ਨਵੇਂ ਯੂਨਿਟਸ ਵੀ ਲਗਾਈਏ। ਕੀ ਇੱਦਾਂ ਦੀ ਵੀ ਗੱਲਾਂ ਹੈਗੀਆਂ? ਨਹੀਂ, ਇਹ ਤਾਂ ਠੀਕ ਹੈ। ਐਕਚੁਅਲੀ ਸਾਰਿਆਂ ਨਾਲੋਂ ਵੱਡਾ ਇੰਪੈਕਟ ਆਲ ਓਵਰ ਦਾ ਵਰਲਡ ਇਨਕਲੂਡਿੰਗ ਇੰਡੀਆ, ਲੋਕਾਂ ਦਾ ਨਾ ਸੈਂਟੀਮੈਂਟ ਚਾਈਨਾ ਦੇ ਅਗੇਂਸਟ ਹੋ ਗਿਆ ਜੀ। ਔਰ ਇੱਥੇ ਵੀ ਲੋਕਾਂ ਨੇ ਚਾਈਨਾ ਤੋਂ ਮਾਲ ਐਤਕੀ ਬਹੁਤ ਘੱਟ ਮੰਗਵਾਇਆ। ਕੁਛ ਤਾਂ ਕਰੋਨਾ ਕਰਕੇ ਨਹੀਂ ਮੰਗਵਾਇਆ, ਕੁਛ ਸੈਂਟੀਮੈਂਟਸ ਸਾਰਿਆਂ ਦੇ ਇਹ ਹੋ ਗਏ ਦੇਸ਼ ਭਗਤੀ ਵੀ ਅਸੀਂ ਨਹੀਂ ਜੀ ਚਾਈਨਾ ਦੇ ਨਾਲ ਕੰਮ ਕਰਨਾ, ਤੇ ਉਹ ਬਹੁਤ ਘੱਟ ਮਾਲ ਆਇਆ। ਉਹਦੇ ਨਾਲ ਲੋਕਲ ਇੰਡਸਟਰੀ ਨੂੰ ਬੂਸਟ ਮਿਲਿਆ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੇ ਅਗਰ ਇਹ ਜੋ ਸੈਂਟੀਮੈਂਟ ਇਸ ਵੇਲੇ ਆਲ ਓਵਰ ਵਰਲਡ ਚੱਲ ਰਹੇ ਆ, ਉਹਦੇ ਨਾਲ ਇੱਥੋਂ ਐਕਸਪੋਰਟ ਵਧੇਗੀ। ਔਰ ਸਾਡੇ ਕੋਲ ਬਹੁਤ ਸਾਰੀ ਇਨਕੁਆਰੀ ਇਸ ਕਰਕੇ ਆ ਵੀ ਵਾਂਟ ਟੂ ਸ਼ਿਫਟ ਫਰੋਮ ਚਾਈਨਾ ਟੂ ਇੰਡੀਆ। ਠੀਕ ਹੈ, ਮਗਰ ਇੱਥੇ ਹਾਲੇ ਉਸ ਤਰ੍ਹਾਂ ਦੀਆਂ ਜਿਹੜੀਆਂ ਕੁਆਲਿਟੀਆਂ ਸਾਨੂੰ ਅਗਰ ਇਹ ਗੌਰਮੈਂਟ ਸਪੋਰਟ ਕਰੇਗੀ, ਅਸੀਂ ਆਲਰੇਡੀ ਬਲੈਂਕਟ ਜਿਹੜਾ ਆ ਇਹ ਚਾਈਨਾ ਦਾ ਹੀ ਸਬਸਟੀਚਿਊਟ ਹੈ, ਚਾਈਨਾ ਤੋਂ ਹੀ ਪਹਿਲਾਂ ਆਉਂਦਾ ਸੀਗਾ। ਹੁਣ ਕੋਈ ਚਾਈਨਾ ਦੀ ਜ਼ਰੂਰਤ ਨਹੀਂ ਹੈ ਇਸ ਆਈਟਮ ਦੀ। ਔਰ ਦੂਸਰੇ ਅਸੀਂ ਉਹਨਾਂ ਨਾਲੋਂ ਬੈਟਰ ਵੀ ਬਣਾ ਰਹੇ ਹਾਂ, ਸੇਮ ਹੈ ਸਾਡੀ। ਠੀਕ ਹੈ, ਸਾਡੇ ਕੋਲ ਕੁਆਲਿਟੀ ਵਾਈਜ਼ ਸਾਨੂੰ ਕੋਈ ਦਿੱਕਤਾਂ ਨਹੀਂ ਹੈਗੀਆਂ। ਮਸ਼ੀਨਰੀ ਸਾਡੇ ਕੋਲ ਸਭ ਕੀ ਇੰਪੋਰਟਡ ਹੈਗੀ ਆ। ਮਸ਼ੀਨਰੀ ਇੱਥੇ ਹਾਲੇ ਇੰਨੀ ਅੱਛੀ ਡਿਵੈਲਪ ਨਹੀਂ ਹੋਈ, ਮਗਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਜੇ ਅਗਰ ਐਕਸਪੋਰਟ ਹੋ ਜਾਂਦੀ ਆ ਤੇ ਸਾਡੀ ਇੱਥੇ ਕਪੈਸਿਟੀਜ਼ ਬਹੁਤ ਵਧਣ ਦੇ ਚਾਂਸਸ ਹੈਗੇ ਆ। ਨਵੇਂ ਯੂਨਿਟ ਲੱਗਣਗੇ ਕਿਉਂਕਿ ਜਿੰਨੇ ਇੰਪੋਰਟਰ ਹੈਗੇ ਆ ਉਹਨਾਂ ਦੀ ਇੰਪੋਰਟ ਅਗਰ 10% ਵੀ ਇਸ ਸੈਂਟੀਮੈਂਟ ਦੇ ਨਾਲ ਉਹ ਇੱਥੇ ਇੰਡੀਆ 'ਚ ਸ਼ਿਫਟ ਹੋ ਜਾਂਦੀ ਆ ਤੇ ਇੱਥੇ ਕਪੈਸਿਟੀ ਤੱਕ ਦੀ ਘਾਟ ਹੈ। ਸਰ ਇੱਕ ਗੱਲ ਕਰੀਏ, ਇੱਕ ਆਖਰੀ ਕੁਐਸਚਨ ਪੁੱਛਣਾ ਚਾਹਾਂਗਾ। ਤੁਸੀਂ ਜਿਵੇਂ ਆਲ ਇੰਡੀਆ ਲੈਵਲ ਤੇ ਬਲੈਂਕਟ ਇੰਡਸਟਰੀ ਨੂੰ ਲੀਡ ਕਰਦੇ ਹੈਗੇ ਹੋ, ਤੇ ਮੈਂ ਇਹ ਦੇਖਿਆ ਕਿ ਪਿਛਲੇ 4-5 ਸਾਲ ਤੋਂ ਜਿਹੜਾ ਬੰਗਲਾਦੇਸ਼ ਇੰਡੀਆ ਤੋਂ ਬਹੁਤ ਅੱਗੇ ਨਿਕਲ ਗਿਆ। ਤੇ ਕੀ ਰੀਜ਼ਨ ਸੀ ਜਦ ਕਿ ਲੁਧਿਆਣਾ ਹੌਜ਼ਰੀ ਨੂੰ ਉਹ ਇੰਨਾ ਵਿਕਸਿਤ ਕਿਉਂ ਨਹੀਂ ਕਰ ਪਈ? ਲੁਧਿਆਣਾ ਆਪਣੇ ਆਪ ਨੂੰ ਜਾਂ ਪੰਜਾਬ ਕਿਉਂ ਨਹੀਂ ਵਿਕਸਿਤ ਪਾਇਆ ਜਦ ਕਿ ਇੱਥੇ ਕਈ ਸਾਲਾਂ ਤੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਲੀਡ ਕਰ ਰਹੇ ਹਾਂ, ਤੇ ਬੰਗਲਾਦੇਸ਼ ਅੱਗੇ ਨਹੀਂ ਨਿਕਲਿਆ। ਬਲਕਿ ਅੱਜ ਜੇ ਮੈਂ ਗੱਲ ਕਰਾਂ ਤਾਂ ਗਾਰਮੈਂਟ ਕਿਸ ਸੈਕਟਰ 'ਚ ਉਹ ਚਾਈਨਾ ਤੋਂ ਬਾਅਦ ਨੰਬਰ 2 ਮੈਨੂਫੈਕਚਰਰ ਉਹ ਹੋ ਗਿਆ, ਪੂਰੇ ਵਧੀਆ ਤੋਂ ਵਧੀਆ ਇੰਟਰਨੈਸ਼ਨਲ ਬ੍ਰਾਂਡ ਦੇ ਲਈ ਮੈਨੂਫੈਕਚਰਿੰਗ ਕਰ ਰਿਹਾ। ਇਸ ਤਰ੍ਹਾਂ ਹੈਗਾ ਕਿ ਜਿੱਦਾਂ ਤੁਸੀਂ ਬੰਗਲਾਦੇਸ਼ ਦੀ ਗੱਲ ਕਰ ਰਹੇ ਹੋ, ਬੰਗਲਾਦੇਸ਼ ਨੋ ਡਾਊਟ ਉੱਥੇ ਬਹੁਤ ਹੀ ਬੇਸਿਸ ਬੜੀਆਂ ਘੱਟ ਹੈਗੀਆਂ। ਠੀਕ ਹੈ, ਪਲੱਸ ਉਹਨਾਂ ਦੇ ਨਾ ਬਹੁਤ ਸਾਰੇ ਕੰਟਰੀ USA ਯੂਰਪ ਉਹਨਾਂ ਨੇ ਉੱਥੇ ਉਹਨਾਂ ਦੇ ਬੰਗਲਾਦੇਸ਼ ਤੋਂ ਡਿਊਟੀ ਫਰੀ ਕੀਤਾ ਹੋਇਆ, ਜਿਹੜਾ ਕਿ ਇੰਡੀਆ ਤੋਂ ਡਿਊਟੀ ਫਰੀ ਨਹੀਂ ਹੈ। ਠੀਕ ਹੈ, ਇਸ ਕਰਕੇ ਉੱਥੇ ਬਹੁਤ ਜ਼ਿਆਦਾ ਕੰਮ ਆ ਰਿਹਾ। ਪਲੱਸ ਉੱਥੇ ਫਿਰ ਵੀ ਸਾਡੇ ਨਾ ਬੇਸਿਕ ਆਈਟਮਸ ਉੱਥੇ ਜਾ ਰਹੀਆਂ, ਜਿਹੜੀਆਂ ਫੈਸ਼ਨ ਆਈਟਮਾਂ ਹਾਲੇ ਵੀ ਫੈਸ਼ਨ ਆਈਟਮ ਇੰਡੀਆ 'ਚ ਜ਼ਿਆਦਾ ਆ। ਔਰ ਇੱਥੇ ਜੇ ਗਵਰਨਮੈਂਟ ਸਪੋਰਟ ਕਰੇ ਤੇ ਇੱਥੇ ਅਗਰ ਚਾਈਨਾ ਸੈਂਟੀਮੈਂਟ ਐਂਟੀ ਹੋ ਜਾਂਦੇ ਆ ਔਰ ਜਿਸ ਤਰੀਕੇ ਨਾਲ USA ਨੇ ਉਹਦੇ 'ਤੇ ਟੈਰਿਫ ਵਧਾਤੇ ਜਾਂ ਐਸੇ ਕਦਮ ਉਠਾਉਂਦੇ ਆ, ਤੇ ਇੰਡੀਆ ਨੂੰ ਇਹ ਅਪਰਚੁਨਿਟੀ ਗ੍ਰੈਬ ਕਰਨੀ ਚਾਹੀਦੀ ਆ। ਗਵਰਨਮੈਂਟ ਨੂੰ ਐਸੇ ਸਟੈਪ ਲੈਣੇ ਚਾਹੀਦੇ ਆ
ਕਿ ਅਗਰ ਇੱਥੇ ਦੀ ਇੰਡਸਟਰੀ ਨੂੰ ਇੰਡੀਅਨ ਇੰਡਸਟਰੀ ਨੂੰ ਟੈਕਸਟਾਈਲ ਇੰਡਸਟਰੀ ਨੂੰ ਪ੍ਰੋਤਸਾਹਨ ਦੇਣ, ਇਹਨਾਂ ਨੂੰ ਐਸੀ ਅਪਰਚੁਨਿਟੀ ਦੁਆਰਾ ਨਹੀਂ ਮਿਲਣੀ। ਇਹ ਇਸ ਵੇਲੇ ਸਾਰੀਆਂ ਫੋਰਨ ਕੰਟਰੀਜ਼ ਸੋਚਦੇ ਆ ਵੀ ਸੈਕਿੰਡ ਸਾਡੇ ਕੋਲ ਇੰਡੀਆ ਆ। ਤੇ ਅਗਰ ਇਹ ਗਵਰਨਮੈਂਟ ਇਸ ਵੇਲੇ ਟੈਕਸਟਾਈਲ ਇੰਡਸਟਰੀ ਨੂੰ ਅਗਰ ਥੋੜ੍ਹਾ ਜਿਹਾ ਪ੍ਰੋਤਸਾਹਨ ਦੇਵੇ ਤੇ ਪੂਰਾ ਧਿਆਨ ਦੇਵੇ, ਤੇ ਮੇਰਾ ਖਿਆਲ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਇੰਡੀਆ 'ਚ ਲੱਗ ਸਕਦੀਆਂ। ਅਸੀਂ ਲੋਕ ਵੀ ਅੱਗੇ ਸਾਡੇ ਕੋਲ ਵੀ ਜੇ ਆਰਡਰ ਵਧਣਗੇ ਐਕਸਪੋਰਟ ਦੇ, ਅਸੀਂ ਵੀ ਆਪਣੀ ਕਪੈਸਿਟੀ ਆਲਰੇਡੀ ਅਸੀਂ ਵਧਾ ਰਹੇ ਹਾਂ ਤੇ ਵਧਾਵਾਂਗੇ। ਅਸੀਂ ਵੀ ਨਵੇਂ ਯੂਨਿਟਸ ਲਗਾਵਾਂਗੇ, ਔਰ ਨਵੇਂ ਯੂਨਿਟਸ ਲਗਾਉਣ ਲਈ ਅਗਰ ਗਵਰਨਮੈਂਟ ਸਪੋਰਟ ਕਰੇਗੀ ਤੇ ਨੈਚੁਰਲੀ ਲੱਗਣਗੇ। ਠੀਕ ਹੈ, ਹਾਂ, ਓਕੇ, ਥੈਂਕ ਯੂ। ਤੇ ਦੋਸਤੋ, ਇਹ ਸੀਗੇ ਰਮੇਸ਼ ਜਗੋਤਾ ਜੀ, ਜਿਹੜੇ ਕਿ ਆਲ ਇੰਡੀਆ ਬਲੈਂਕਟ ਮੈਨੂਫੈਕਚਰਿੰਗ ਨੂੰ ਇੱਕ ਲੀਡ ਕਰਦੇ ਆ, ਪੂਰੀ ਇੰਡਸਟਰੀ ਨੂੰ ਲੀਡ ਕਰਦੇ ਆ, ਔਰ ਇਹ ਇੰਨਾ ਫੈਸ਼ਨ ਪ੍ਰੋਡਕਟ ਬਣਾਉਂਦੇ ਆ ਕਿ ਅੱਜ ਚਾਈਨਾ ਨੂੰ ਵੀ ਕੰਪੀਟ ਕਰ ਰਿਹਾ। ਪਰ ਇਹਨਾਂ ਦੀ ਗੱਲ ਵੀ ਸਹੀ ਹੈ ਕਿ ਜੇ ਸਾਨੂੰ ਹੋਰ ਇੰਡਸਟਰੀਅਲ ਫਰੈਂਡਲੀ ਐਟਮੋਸਫੇਅਰ ਮਿਲੇਗਾ, ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਅਸੀਂ ਫੋਰਨ ਦੀ ਕੰਪਨੀਜ਼ ਨੂੰ, FDIs ਨੂੰ ਕੋਸ਼ਿਸ਼ ਕਰ ਰਹੇ ਇੰਡੀਆ 'ਚ ਲਿਆਉਣ ਦੀ, ਪਰ ਇਹ ਲੋਕੀ ਇਹ ਕਹਿ ਰਹੇ ਕਿ ਜੇ ਸਾਨੂੰ ਹੀ ਮੋਟੀਵੇਸ਼ਨ, ਘਰ ਦੇ ਬੱਚਿਆਂ ਨੂੰ ਹੀ, ਘਰ ਦੇ ਜਿਹੜੇ ਇੰਡਸਟਰੀਅਲਿਸਟ ਹੈ, ਮੈਨੂਫੈਕਚਰਿੰਗ ਹਬਸ ਹੈ, ਜੇ ਉਹਨਾਂ ਨੂੰ ਹੀ ਮੋਟੀਵੇਸ਼ਨਲ ਦੇ ਦਿੱਤੀ ਜਾਏ ਤਾਂ ਸ਼ਾਇਦ ਇਹ ਵੀ ਉਹ ਜਿਹੜੇ ਫੋਰਨ ਤੋਂ ਆਉਣ ਵਾਲੀ ਕੰਪਨੀ ਤੋਂ ਬੈਟਰ ਪਰਫਾਰਮ ਕਰ ਸਕਦੇ। ਇੱਦਾਂ ਹੀ ਤੁਹਾਨੂੰ ਹੋਰ ਵੀ ਚੀਜ਼ਾਂ ਨਾਲ ਜਾਣੂ ਕਰਾਉਂਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।